ਅੱਜ ਜਿੰਨੀ ਵੀ ਦਰਖਾਸਤਾਂ ਪੈਂਡਿੰਗ ਸੀਗੀਆਂ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਨੋਟ ਕਰਵਾਇਆ ਸੀ ਐਂਡ ਕਾਫੀ ਪਬਲਿਕ ਇਸ ਕੈਂਪ ਦੇ ਵਿੱਚ ਆਈ ਹੈ ਤੇ ਕੋਸ਼ਿਸ਼ ਲੇਕਿਨ ਫਸਟ ਕੋਸ਼ਿਸ਼ ਇਹੀ ਹੈ ਕਿ ਪਰਿਵਾਰ ਪਿਆਰ ਨਾਲ ਵਸ ਜਾਏ। ਜੇ ਨਹੀਂ ਵਸ ਸਕਦਾ ਤੇ ਮਿਊਚੁਅਲੀ ਉਹਨਾਂ ਦਾ ਡਾਈਵੋਰਸ ਆਪਾਂ ਕਰਾ ਦਈਏ ਪੰਚਾਇਤੀ। ਇਹਦੇ ਵਿੱਚ ਸਾਡੇ 40 ਕਾਉਂਸਲਿੰਗ ਪੈਨਲ ਅਸੀਂ ਬਣਾਏ ਹੋਏ ਹਨ ਪੰਜਾਬ ਦੇ ਵਿੱਚ ਸਭ ਤੋਂ ਵੱਧ, ਕਿਉਂਕਿ ਲੁਧਿਆਣੇ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ। ਹਰੇਕ ਪੈਨਲ ਦੇ ਵਿੱਚ ਦੋ ਪਬਲਿਕ ਦੇ ਨੁਮਾਇੰਦੇ ਰੱਖੇ ਹੋਏ ਹਨ, ਚਾਹੇ ਕਿਸੇ ਦੀ ਕੋਈ ਸਾਈਕੈਟ੍ਰਿਕ ਪ੍ਰੋਬਲਮ ਹੋਵੇ, ਕੋਈ ਨਸ਼ਾ ਹੋਵੇ ਜਾਂ ਕੋਈ ਇਸ ਤਰੀਕੇ ਦੀ ਆਦਤ ਹੋਵੇ ਜੋ ਕਿ ਦੂਜੇ ਪਾਰਟਨਰ ਨੂੰ ਪਸੰਦ ਨਾ ਆ ਰਹੀ ਹੋਵੇ, ਜਿਹਦੇ ਕਰਕੇ ਇਹ ਮਨਮੁਟਾਵ ਵੱਧ ਜਾਂਦਾ ਹੈ। ਔਰ ਸਾਰਾ ਜਿਹੜਾ ਕਿ ਵੱਖ-ਵੱਖ ਸ਼ਹਿਰ 'ਚ ਚਾਰੋਂ ਜਿਹੜੇ ਜ਼ੋਨ ਸੀਗੇ ਉਹ ਫੈਲੇ ਹੋਏ ਸੀਗੇ, ਉਹ ਸਾਰੇ ਹੁਣ ਇੱਕ ਜਗ੍ਹਾ ਇਕੱਠੇ ਹੋ ਗਏ। ਔਰ ਜਿਹੜਾ ਵੂਮਨ ਸੈੱਲ ਸੀਗਾ ਪੁਲਿਸ ਸਟੇਸ਼ਨ ਵੀ ਉੱਥੇ ਹੀ ਸੀ ਔਰ ਸਾਰਾ ਵੂਮਨ ਸੈੱਲ ਵੀ ਉੱਥੇ ਸੀ। ਬਿਲਡਿੰਗ ਮਾੜੀ ਸੀਗੀ, ਉੱਥੇ ਹੁਣ ਥੋੜ੍ਹਾ ਜਿਹਾ ਜਿਵੇਂ ਦਾਜ ਦੇਜ ਦਾ ਸਮਾਨ ਵੀ ਲੋਕਾਂ ਦਾ ਸੀਗਾ ਤਾਂ ਉੱਥੇ ਜਗ੍ਹਾ ਬਹੁਤ ਘੱਟ ਸੀ। ਮੇਰੇ ਵੱਲੋਂ ਤਾਂ ਇਹੀ ਹੈ ਕਿ ਸਾਡੇ ਤੱਕ ਨਾ ਹੀ ਪਹੁੰਚਣ ਤੇ ਇਹ ਪਰਿਵਾਰਿਕ ਮਸਲੇ ਹੁੰਦੇ ਔਰ ਪਰਿਵਾਰ 'ਚ ਹੀ ਬੈਠ ਕੇ ਅਗਰ ਹੱਲ ਹੋ ਜਾਣ, ਖੱਜਲ ਹੋ ਕੇ ਕਈ ਵਾਰੀ 50% ਸਾਡਾ ਸਕਸੈਸ ਰੇਟ ਹੈਗਾ ਜਿਹਦੇ 'ਚ ਫੈਸਲੇ ਹੋ ਜਾਂਦੇ ਆ। ਪਰ ਜਦੋਂ ਫੈਸਲਾ ਸਾਡੇ ਕੋਲ ਹੋ ਸਕਦਾ ਤਾਂ ਉਹ ਆਪਣੇ ਘਰਾਂ 'ਚ ਬੈਠ ਕੇ ਪਤਵੰਤੇ ਸੱਜਣਾ ਦੇ ਵਿੱਚ ਜਾਂ ਰਿਸਪੈਕਟੇਬਲਸ ਦੇ ਨਾਲ क्यों नहीं हो सकता। जो क्राइम अगेंस्ट विमेन होता है, स्पेशली जो डोमेस्टिक वायलेंस का केसेस होते हैं, उनमें काउंसलिंग के लिए यहाँ पे बुलाया जाता है। ਸਤਿ ਸ਼੍ਰੀ ਅਕਾਲ ਜੀ, ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ। ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਪੁਲਿਸ ਕ੍ਰਾਈਮ ਅਗੇਂਸਟ ਵੂਮਨ ਐਂਡ ਚਿਲਡਰਨ ਸੈੱਲ ਜਿਹੜਾ ਨਵਾਂ ਤਿਆਰ ਹੋ ਚੁੱਕਿਆ। ਜਿਹੜਾ ਵੂਮਨ ਸੈੱਲ ਜਿਹੜਾ ਪੁਰਾਣੀਆਂ ਕਚਹਿਰੀਆਂ ਦੇ ਸਾਹਮਣੇ ਸੀ, ਉਸ ਦੀ ਜਿਹੜੀ ਬਿਲਡਿੰਗ ਹੈ ਰਿਸ਼ੀ ਨਗਰ ਦੇ ਵਿੱਚ ਬਣ ਚੁੱਕੀ ਹੈ ਤੇ ਅੱਜ ਉਸ ਬਿਲਡਿੰਗ ਦਾ ਜਿਹੜਾ ਕੰਮਕਾਜ ਸ਼ੁਰੂ ਕਰ ਦਿੱਤਾ ਗਿਆ ਔਰ ਇੱਕ ਮੈਗਾ ਕੈਂਪ ਵੀ ਲਗਾਇਆ ਗਿਆ ਜਿਹੜੀਆਂ ਔਰਤਾਂ ਦੇ ਉੱਪਰ ਘਰੇਲੂ ਹਿੰਸਾ ਨੂੰ ਲੈ ਕੇ, ਬੱਚਿਆਂ ਦੇ ਨਾਲ ਲੈ ਕੇ ਜੋ ਵੀ ਕੇਸਿਸ ਸੀਗੇ, ਅੱਜ ਲੁਧਿਆਣਾ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਔਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ। ਔਰ ਕਾਫੀ ਜਿਹੜੇ ਕੇਸਿਸ ਇਸ ਤਰ੍ਹਾਂ ਦੇ ਘਰੇਲੂ ਕਲੇਸ਼ ਵਾਲੇ ਜਿਹੜੇ ਕੇਸਿਸ ਸੀਗੇ, ਬਹੁਤ ਸਾਰੇ ਕੇਸਾਂ ਦਾ ਜਿਹੜਾ ਇੱਥੇ ਨਿਪਟਾਰਾ ਵੀ ਕੀਤਾ ਜਾ ਰਿਹਾ ਤੇ ਸਾਰੀ ਗੱਲਬਾਤ ਕਰਦੇ ਆ ਜਿਹੜੇ ਪੁਲਿਸ ਦੇ ਆਲਾ ਅਧਿਕਾਰੀ ਇੱਥੇ ਪਹੁੰਚੇ ਨੇ, ਉਹਨਾਂ ਦਾ ਇਸ ਕੈਂਪ ਨੂੰ ਲੈ ਕੇ ਕੀ ਕਹਿਣਾ ਹੈਗਾ। ਅੱਜ ਜਿੰਨੀ ਵੀ ਦਰਖਾਸਤਾਂ ਪੈਂਡਿੰਗ ਸੀਗੀਆਂ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਨੋਟ ਕਰਵਾਇਆ ਸੀ ਐਂਡ ਕਾਫੀ ਪਬਲਿਕ ਇਸ ਕੈਂਪ ਦੇ ਵਿੱਚ ਆਈ ਹੈ। ਦੋਵਾਂ ਪਾਰਟੀਆਂ ਨੂੰ ਸਾਡੇ ਜਿਹੜੇ ਅਸੀਂ ਤਕਰੀਬਨ 40 ਦੇ ਕਰੀਬ ਟੀਮਾਂ ਬਣਾਈਆਂ ਹੈਗੀਆਂ ਜਿਹੜੇ ਕਿ ਰਾਜੀਨਾਮੇ ਉਹਨਾਂ ਦੇ ਮਸਲੇ ਸੁਲਝਾ ਰਹੀਆਂ ਤੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਇਹ ਜਿਹੜੇ ਘਰੇਲੂ ਮਸਲੇ ਹਨ ਇਹ ਆਪਸੀ ਬਾਤਚੀਤ ਨਾਲ ਸੁਲਝ ਜਾਣ। ਜਿੱਥੇ ਕਿਤੇ ਸਾਨੂੰ ਲੋੜ ਪੈਂਦੀ ਹੈ ਕਿ ਹੈ ਜਾਂ ਕੁੱਟਮਾਰ ਹੋਈ ਹੈ ਜਾਂ ਦਾਜ ਦਹੇਜ ਵਾਲੀ ਗੱਲ ਹੈ, ਉੱਥੇ ਅਸੀਂ ਫਿਰ ਮੌਕੇ ਤੇ ਹੀ ਰਜਿਸਟਰ ਕਰਾਂਗੇ। ਲੇਕਿਨ ਫਸਟ ਕੋਸ਼ਿਸ਼ ਵਸ ਜਾਏ। ਜੇ ਨਹੀਂ ਵਸ ਸਕਦਾ ਤੇ ਮਿਊਚੁਅਲੀ ਉਹਨਾਂ ਦਾ ਡਾਈਵੋਰਸ ਪੰਚਾਇਤੀ, ਤਾਂ ਕਿ ਉਹ ਜਿਹੜੀ ਕੋਰਟ ਦੀ ਖਜਲ ਖਰਾਬੀ ਹੁੰਦੀ ਹੈ, ਵਕੀਲਾਂ ਦੇ ਚੱਕਰ ਲਗਾਉਣੇ ਹੁੰਦੇ ਹੈ, ਬਾਕੀ ਕਾਨੂੰਨੀ ਪ੍ਰਕਿਰਿਆ ਤੋਂ ਉਹ ਬਚ ਸਕਣ ਤੇ ਜਿੱਥੇ ਕਿਤੇ ਲੋੜ ਹੋਏਗੀ ਫਿਰ ਅਖੀਰਲਾ ਸਟੈਪ ਸਾਡਾ FIR ਦਾ ਹੁੰਦਾ। ਸਰ, ਜਿਵੇਂ ਕੋਵਿਡ ਹੈ ਇਸ ਦੌਰਾਨ ਇਦਾਂ ਦੇ ਕੇਸਾਂ 'ਚ ਕਾਫੀ ਇਜ਼ਾਫਾ ਹੋਇਆ ਤਾਂ ਕਾਉਂਸਲਿੰਗ ਵਗੈਰਾ ਵੀ ਦੋਵਾਂ ਧਿਰਾਂ ਦੀ ਕਰਵਾਈ ਜਾਂਦੀ ਹੈ। ਇਹਦੇ ਵਿੱਚ ਸਾਡੇ 40 ਕਾਉਂਸਲਿੰਗ ਪੈਨਲ ਅਸੀਂ ਬਣਾਏ ਹੋਏ ਆ ਪੰਜਾਬ ਦੇ ਵਿੱਚ ਸਭ ਤੋਂ ਵੱਧ, ਕਿਉਂਕਿ ਲੁਧਿਆਣੇ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ। 40 ਦੇ ਕਰੀਬ ਕਾਉਂਸਲਿੰਗ ਪੈਨਲ ਸਾਡੇ ਡੇਲੀ ਕੰਮ ਕਰਦੇ ਹੈ। ਅੱਜ ਦੇ ਦਿਨ ਉਹ ਸਾਰੇ ਹੀ ਪਬਲਿਕ ਜਿਨ੍ਹਾਂ ਦੇ ਕੇਸਿਸ ਪੈਂਡਿੰਗ ਸੀਗੇ ਉਹਨਾਂ ਨੂੰ ਅਸੀਂ ਬੁਲਾਇਆ ਹੈ। ਕੋਵਿਡ ਦੇ ਦੌਰਾਨ ਕੁਝ ਕਿਉਂਕਿ ਬੰਦੇ ਘਰ ਦੇ ਅੰਦਰ ਹੀ ਸੀਗੇ, ਹਸਬੈਂਡ ਵਾਈਫ ਦੇ ਜਿਹੜੇ ਮਨਮੁਟਾਵ ਸੀਗੇ ਉਹ ਵੱਧ ਗਏ ਸੀ, ਇਸ ਕਰਕੇ ਕੁਝ ਇਜ਼ਾਫਾ ਇਹਨਾਂ ਸੰਖਿਆ ਦੇ ਵਿੱਚ ਜਿਹੜੀ ਕੰਪਲੇਂਟਸ ਹੈ ਉਹਨਾਂ ਦੇ ਵਿੱਚ ਹੋਇਆ ਹੈ ਤੇ ਜਿਨ੍ਹਾਂ ਨੂੰ ਕਿ ਸਾਡੀ ਕੋਸ਼ਿਸ਼ ਹੈ। ਮੈਂ ਇੱਕ ਹੁਣੇ ਚੱਕਰ ਲਗਾ ਰਿਹਾ ਸੀ, ਸਾਰਿਆਂ ਨੂੰ ਮਿਲ ਕੇ ਆਇਆ ਹਾਂ ਤੇ ਕਾਫੀ ਰਾਜੀਨਾਮੇ ਉਹਨਾਂ ਨੇ ਆਪਸ ਦੇ ਵਿੱਚ ਕਰ ਵੀ ਲਏ ਹਨ ਤੇ ਸ਼ਾਮ ਤੱਕ ਔਰ ਵੀ ਜ਼ਿਆਦਾ ਰਾਜੀਨਾਮੇ ਹੋਣ ਦੀ ਸੰਭਾਵਨਾ ਹੈ। ਸਰ, ਕੁਝ ਪਰਿਵਾਰਾਂ ਨੂੰ ਅਸੀਂ ਵੀ ਮਿਲੇ ਆ ਪਰ ਉਹਨਾਂ ਪਰਿਵਾਰਾਂ ਦਾ ਜਿਹੜਾ ਮੇਨ ਹੈਗਾ ਨਸ਼ਾ, ਸਰ ਉਹਨਾਂ ਦੇ ਜਿਹੜੇ ਹਸਬੈਂਡ ਨੇ ਲੜਕੀਆਂ ਦੇ ਕਰਦੇ ਆ, ਉਹਨਾਂ ਵਾਸਤੇ ਵੀ ਸਰ ਕੁਝ ਪੁਲਿਸ ਵੱਲੋਂ ਸਖਤ ਕਦਮ ਚੱਕਣਾ ਚਾਹੀਦਾ। ਹਾਂ ਬਿਲਕੁਲ, ਇਹਦੇ ਲਈ ਦੇਖੋ ਪਹਿਲਾਂ ਤਾਂ ਅਸੀਂ ਜਿਹੜੇ ਕਾਉਂਸਲਿੰਗ ਲਈ ਪੈਨਲਸ ਬਣਾਏ ਹਨ ਉਹਦੇ ਵਿੱਚ ਪਬਲਿਕ ਦੇ ਵੀ ਨੁਮਾਇੰਦੇ ਅਸੀਂ ਰੱਖੇ ਹੋਏ ਹਨ। ਹਰੇਕ ਪੈਨਲ ਦੇ ਵਿੱਚ ਦੋ ਪਬਲਿਕ ਦੇ ਨੁਮਾਇੰਦੇ ਰੱਖੇ ਹੋਏ ਹਨ ਐਂਡ ਇਸ ਤੋਂ ਇਲਾਵਾ ਅਸੀਂ ਸਾਈਕੈਟ੍ਰਿਸਟ ਡਾਕਟਰ ਵੀ ਆਪਣੇ ਇਸ ਕਾਉਂਸਲਿੰਗ ਦੇ ਵਿੱਚ ਰੱਖੇ ਹੋਏ ਹਨ ਜੋ ਕਿ ਇਹਨਾਂ ਨੂੰ ਜਿੱਥੇ ਕਿਤੇ ਕੋਈ ਕਿਸੇ ਨੂੰ ਨਸ਼ਾ ਛੁਡਵਾਉਣ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਉਸ ਤਰੀਕੇ ਦਾ ਟ੍ਰੀਟਮੈਂਟ ਦਿੰਦੇ ਹਨ। ਕੋਈ ਨਾ ਕੋਈ ਜਦੋਂ ਹਸਬੈਂਡ ਵਾਈਫ ਦੇ ਵਿੱਚ ਮਨਮੁਟਾਵ ਹੁੰਦਾ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਹੁੰਦੀ ਹੈ, ਚਾਹੇ ਉਹ ਫਾਈਨੈਂਸ਼ੀਅਲ ਕੋਈ ਪ੍ਰੋਬਲਮ ਹੋਵੇ
ਚਾਹੇ ਕਿਸੇ ਦੀ ਕੋਈ ਸਾਈਕੈਟ੍ਰਿਕ ਪ੍ਰੋਬਲਮ ਹੋਵੇ, ਕੋਈ ਨਸ਼ਾ ਹੋਵੇ ਜਾਂ ਕੋਈ ਇਸ ਤਰੀਕੇ ਦੀ ਆਦਤ ਹੋਵੇ ਜੋ ਕਿ ਦੂਜੇ ਪਾਰਟਨਰ ਨੂੰ ਪਸੰਦ ਨਾ ਆ ਰਹੀ ਹੋਵੇ, ਜਿਹਦੇ ਕਰਕੇ ਇਹ ਮਨਮੁਟਾਵ ਵੱਧ ਜਾਂਦਾ ਹੈ। ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਜੋ ਕਿ ਜਿਹਦੀ ਗਲਤੀ ਹੈ ਉਸ ਨੂੰ ਸੁਧਾਰਿਆ ਜਾਵੇ, ਉਸ ਨੂੰ ਟੋਕਿਆ ਜਾਵੇ ਐਂਡ ਫਿਰ ਇਹਨਾਂ ਦਾ ਰਾਜੀਨਾਮਾ ਕਰਵਾਇਆ ਜਾਵੇ। ਸਰ ਕੱਲ੍ਹ ਵੀ 9 ਕੇਸ ਜਿਹੜੇ ਨੇ ਵੂਮਨ ਸੈੱਲ ਦੇ ਵਿੱਚ ਦਰਜ ਕੀਤੇ ਗਏ ਨੇ, ਉਹ ਵੀ ਇਸੇ ਲੜੀ 'ਚੋਂ ਨੇ ਜਾਂ ਉਹ ਕਿਉਂਕਿ ਕਾਉਂਸਲਿੰਗ ਜਿਹੜੀ ਹੈ ਸਾਡੀ ਜਦੋਂ ਤਿਆਰੀਆਂ ਅਸੀਂ ਚਾਲੂ ਕਰਦੇ ਹਾਂ ਕੈਂਪ ਦੀ 1 ਮਹੀਨੇ ਪਹਿਲਾਂ ਅਸੀਂ ਇਹਨਾਂ ਨੂੰ ਨੋਟ ਕਰਵਾਉਣਾ ਚਾਲੂ ਕੀਤਾ ਸੀ। ਕੁਝ ਪਾਰਟੀਆਂ ਪਹਿਲਾਂ ਆ ਜਾਂਦੀਆਂ, ਸਾਡੇ ਕੈਂਪ ਤੋਂ ਪਹਿਲਾਂ ਆ ਜਾਂਦੀਆਂ, ਉਹਨਾਂ ਨੂੰ 24 ਤਾਰੀਖ ਨੂੰ ਕਿੱਥੇ ਜਾਣਾ ਹੁੰਦਾ ਹੈ, ਉਹ ਪਹਿਲਾਂ ਆ ਜਾਂਦੀਆਂ। ਉਹਨਾਂ ਦੇ ਅਸੀਂ ਫਿਰ ਕਾਉਂਸਲਿੰਗ ਕਰਕੇ ਮੌਕੇ 'ਤੇ ਹੀ ਦੇਖਦੇ ਹਾਂ ਕਿੱਥੇ ਕਿਤੇ ਐਕਸ਼ਨ ਲੈਣ ਦੀ ਲੋੜ ਹੈ, ਉਸ ਹਿਸਾਬ ਨਾਲ ਕੀਤਾ ਜਾਏਗਾ ਨਾ? ਇਹ ਕੈਂਪ ਦੇਖੋ ਅਸੀਂ ਮੇਗਾ ਕੈਂਪ ਪਿਛਲੇ ਸਾਲ 2 ਕੈਂਪ ਲਗਾਏ ਸੀ, ਮੇਗਾ ਕੈਂਪ ਪੁਲਿਸ ਲਾਈਨ ਦੇ ਵਿੱਚ ਲਗਾਏ ਸੀ। ਇਸ ਵਾਰੀ ਸਾਡੀ ਆਪਣੇ ਇੱਥੇ ਰਿਸ਼ੀਨਗਰ ਜਿਹੜਾ ਇਹ ਪਾਰਕ ਹੈ ਇਸ ਦੇ ਵਿੱਚ ਲਗਾਏ ਹਨ। ਅਤੇ ਇਹ ਜੋ ਨੋ ਯੋਰ ਕੇਸ ਸਕੀਮ ਹੈ ਸਾਡੀ ਹਰ ਹਫਤੇ ਸ਼ਨੀਵਾਰ ਨੂੰ ਹੁੰਦੀ ਹੈ, ਉਹਦੇ ਵਿੱਚ ਤਾਂ ਇਹ ਹੁੰਦੇ ਹੀ ਹੈ ਛੋਟੇ ਛੋਟੇ ਜਿਹੜੇ ਜੋ ਕੈਂਪ ਹੁੰਦੇ ਆ ਨੋ ਯੋਰ ਕੇਸ ਸਕੀਮ ਦੇ। ਇਹ ਮੇਗਾ ਕੈਂਪ ਵਿਮਨ ਰਿਲੇਟਡ ਇਸ਼ੂਜ਼ ਲਈ ਅਸੀਂ ਕੋਸ਼ਿਸ਼ ਹੁੰਦੀ ਹੈ ਹਰ 3 ਮਹੀਨੇ ਦੇ ਵਿੱਚ ਇੱਕ ਵਾਰੀ ਲਗਾਇਆ ਜਾਵੇ। ਨੋਜ਼ਰ ਕੇਸ ਕਰਦੇ ਆ ਕਿ ਜਿਹਦੀ ਵੈਕਸੀਨ ਲੱਗੀ ਹੋਈ ਹੈ ਇੱਥੇ ਵੀ ਬਿਲਕੁਲ ਕੀਤਾ ਤਾਂ ਇਹੀ ਹੈ ਕਿ ਜਿਨ੍ਹਾਂ ਦੀ ਵੈਕਸੀਨ ਲੱਗੀ ਹੈ ਉਹਨਾਂ ਨੂੰ ਹੀ ਅਸੀਂ ਪ੍ਰਾਇੋਰਟੀ ਦਿੱਤੀ ਹੈ, ਲੇਕਿਨ ਕਈ ਵਾਰੀ ਪਬਲਿਕ ਇਸ ਤਰੀਕੇ ਦੀ ਆ ਜਾਂਦੀ ਹੈ, ਉਹਨਾਂ ਦੀ ਮਜਬੂਰੀਆਂ ਹੁੰਦੀਆਂ, ਉਹਨਾਂ ਨੂੰ ਵੀ ਅਸੀਂ ਐਂਟਰਟੇਨ ਕੀਤਾ ਹੈ, ਲੇਕਿਨ ਉਹਨਾਂ ਨੂੰ ਉਹਨਾਂ ਦੀ ਐਪ ਡਾਊਨਲੋਡ ਕਰਵਾ ਕੇ ਉਹਨਾਂ ਦੀ ਅਪਾਇੰਟਮੈਂਟ ਫਿਕਸ ਕਰਵਾਈ ਹੈ ਕਿ ਤਾਂ ਕਿ ਉਹ ਆਪਣੇ ਜਿਹੜਾ ਜੋ ਉਹਨਾਂ ਦਾ ਜੋ ਡੇਟ ਸ਼ਡਿਊਲ ਕਰ ਰਹੇ ਹਨ ਉਸ ਦਿਨ ਜਾ ਕੇ ਆਪਣਾ ਟੀਕਾ ਲਗਵਾ ਸਕਣ। ਕਿੰਨੇ ਇਦਾਂ ਦੀ ਕੇਸਿਸ ਹੋਣਗੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਕਰਵਾਈ ਹੈ? ਇਹ ਤੁਹਾਨੂੰ ਡੀਸੀਪੀ ਸਾਹਿਬ ਦੱਸ ਦੇਣਗੇ, ਕਾਫੀ ਸਾਰਿਆਂ ਦੀ ਕਰਵਾਈ ਹੈ। ਸਰ ਆਪਣੀ ਆਬਜ਼ਰਵੇਸ਼ਨ ਕੀ ਜ਼ਿਆਦਾ ਮੈਟਰੀਮੋਨੀਅਲ ਡਿਸਪਿਊਟ ਦਾ ਸਭ ਤੋਂ ਵੱਡਾ ਕਾਰਨ ਦੇਖੋ ਮੈਟਰੀਮੋਨੀਅਲ ਡਿਸਪਿਊਟਸ ਦਾ ਕਾਰਨ ਤਾਂ ਕਈ ਹੁੰਦੇ ਹੈ। ਇਕਨੋਮਿਕ ਕੰਡੀਸ਼ਨਸ, ਕਈ ਵਾਰੀ ਐਕਸਪੈਕਟੇਸ਼ਨਸ ਇੱਕ ਪਾਰਟਨਰ ਦੀ ਦੂਜੇ ਪਾਰਟਨਰ ਪ੍ਰਤੀ ਐਕਸਪੈਕਟੇਸ਼ਨ ਜ਼ਿਆਦਾ ਹੁੰਦੀ ਹੈ। ਇਕਨੋਮਿਕ ਰੀਜ਼ਨਸ ਹੁੰਦੇ ਹਨ, ਫੈਮਿਲੀ ਮੈਂਬਰਸ ਦੀ ਕਈ ਵਾਰੀ ਇੰਟਰਫੇਰੈਂਸ ਦੂਜਿਆਂ ਦੀ ਹੁੰਦੀ ਹੈ, ਅਤੇ ਕਈ ਵਾਰੀ ਉਹਨਾਂ ਦਾ ਜਿਹੜਾ ਈਗੋ ਪ੍ਰੋਬਲਮਸ ਹੁੰਦੀ ਹੈ ਪਾਰਟਨਰਸ ਦੇ ਵਿੱਚ। ਇਹ ਪਹਿਲੇ ਵੀ ਹੈ, ਜਿਵੇਂ ਮੈਗਾ ਕੈਂਪ ਲਗਵਾ ਲਈਦਾ ਜਦੋਂ ਕੰਪਲੇਂਟਸ ਜ਼ਿਆਦਾ ਇਕੱਠੀਆਂ ਹੋ ਜਾਂਦੀਆਂ ਜਾਂ ਵੈਸੇ ਕਿ ਡਿਸਪੋਜ਼ਲ ਕਰਨੀ ਹੋਵੇ ਤਾਂ ਵਿੱਚ ਹਰ 2 ਜਾਂ 3 ਮਹੀਨੇ ਬਾਅਦ ਇੱਕ ਪਲਾਨ ਕਰ ਲਈਦਾ। ਪਿੱਛੇ ਜਿਹੜਾ ਸੀਗਾ 8 ਮਾਰਚ ਨੂੰ ਕੀਤਾ ਸੀਗਾ ਪੁਲਿਸ ਲਾਈਨ 'ਚ, ਅਤੇ ਅੱਜ ਦਾ ਇਹ ਸੀਗਾ ਕਿ ਜਿਹੜੀ ਨਵੀਂ ਬਿਲਡਿੰਗ ਬਣੀ ਹੈ, ਇੱਕ ਤਾਂ ਲੋਕਾਂ ਨੂੰ ਇਸ ਕਰਕੇ ਸੱਦਾ ਦਿੱਤਾ ਕਿ ਜ਼ਿਆਦਾਤਰ ਨੂੰ ਪਤਾ ਲੱਗ ਜਾਏਗਾ ਕਿ ਕਿੱਥੋਂ ਹੁਣ ਕੰਮ ਚੱਲਣਾ, ਔਰ ਸਾਰਾ ਜਿਹੜਾ ਕਿ ਵੱਖ-ਵੱਖ ਸ਼ਹਿਰ 'ਚ ਚਾਰੋਂ ਜਿਹੜੇ ਜ਼ੋਨ ਸੀਗੇ ਉਹ ਫੈਲੇ ਹੋਏ ਸੀਗੇ, ਉਹ ਸਾਰੇ ਹੁਣ ਇੱਕ ਜਗ੍ਹਾ ਇਕੱਠੇ ਹੋ ਗਏ। ਔਰ ਜਿਹੜਾ ਵੂਮਨ ਸੈੱਲ ਸੀਗਾ ਪੁਲਿਸ ਸਟੇਸ਼ਨ ਵੀ ਉੱਥੇ ਹੀ ਸੀ ਔਰ ਸਾਰਾ ਵੂਮਨ ਸੈੱਲ ਵੀ ਉੱਥੇ ਸੀ। ਬਿਲਡਿੰਗ ਮਾੜੀ ਸੀਗੀ, ਉੱਥੇ ਹੁਣ ਥੋੜ੍ਹਾ ਜਿਹਾ ਜਿਵੇਂ ਦਾਜ ਦੇਜ ਦਾ ਸਮਾਨ ਵੀ ਲੋਕਾਂ ਦਾ ਸੀਗਾ ਤਾਂ ਉੱਥੇ ਜਗ੍ਹਾ ਬਹੁਤ ਘੱਟ ਸੀ। ਤਾਂ ਇਸ ਕਰਕੇ ਅੱਜ ਇਹ ਮੈਗਾ ਕੈਂਪ ਰੱਖਿਆ। ਔਰ ਪਿੱਛੇ ਵੀ ਜਿੰਨੇ ਕੈਂਪ ਹੁੰਦੇ ਹੈ ਉਹਦੇ 'ਚ ਇਹ ਦੇਖਣ 'ਚ ਆਇਆ ਕਿ ਤਕਰੀਬਨ 100-150 ਜਿਹੜੀ ਹੈ ਡਿਸਪੋਜ਼ਲ ਹੋ ਜਾਂਦੀ ਹੈ। ਤਾਂ ਆਲਮੋਸਟ 10 ਤੋਂ 20% ਦੇ ਵਿੱਚ ਜਿਹੜੀ ਹੈ ਡਿਸਪੋਜ਼ਲ, ਕੋਈ ਚਾਹੇ FIR ਦਰਜ ਹੋ ਜੇ ਜਾਂ ਸਮਝੌਤੇ ਹੋ ਜਾਣ, ਤਾਂ ਉਹ ਕਾਫੀ ਥੋੜ੍ਹਾ ਜਿਹਾ ਹਰੇਕ ਨੂੰ ਥੋੜ੍ਹਾ ਜਿਹਾ ਸਾਹ ਆ ਜਾਂਦਾ ਕਿ ਜੀ ਹਾਂ ਸਾਡੀਆਂ ਇੰਨੀਆਂ ਕੰਪਲੇਂਟਸ ਡਿਸਪੋਜ਼ ਆਫ ਹੋ ਗਈਆਂ। ਤਾਂ ਇਹਦਾ ਇਹ ਮਤਲਬ। ਸਰ ਅੱਜ ਜਿਹੜੀਆਂ ਕਿੰਨੀਆਂ ਕੁ ਕੰਪਲੇਂਟਸ ਆਉਣ ਦੀ ਉਮੀਦ ਹੈਗੀ ਹੈ ਜਾਂ ਕਿੰਨੀਆਂ ਕੁ ਸੋਲਵ ਹੋ ਜਾਣਗੀਆਂ ਜਿਹੜੀਆਂ ਆਉਣਗੀਆਂ? ਦੇਖੋ ਸਾਡੇ ਕੋਲ ਤਕਰੀਬਨ 1600 ਪੈਂਡਿੰਗ ਸੀਗੀਆਂ, ਫਿਰ ਕੁਝ ਨਵੀਆਂ ਜਿਹੜੀਆਂ ਜਿਨ੍ਹਾਂ ਨੂੰ ਇੱਕ ਵਾਰ ਵੀ ਨਹੀਂ ਸੁਣਿਆ ਉਹ ਅਸੀਂ ਛੱਡ ਦਿੰਦੇ ਹੁੰਦੇ ਹਾਂ। ਜਿਨ੍ਹਾਂ ਦੀ 2 ਸਿਟਿੰਗਸ ਹੋ ਚੁੱਕੀਆਂ ਤਾਂ ਉਹਦੇ ਤੋਂ ਇਹ ਪਤਾ ਲੱਗ ਸਕਦਾ ਕਿ ਜਾਂ ਤਾਂ ਸਮਝੌਤਾ ਹੋਏਗਾ ਤਾਂ ਜਾਂ ਇਹਨਾਂ ਦਾ ਕੇਸ ਰਜਿਸਟਰ ਹੋਏਗਾ। ਤਾਂ ਉਹ ਕਰੀਬ 500-550 ਸੀਗੇ ਜਿਹੜੇ ਇਹਨਾਂ ਨੂੰ ਅੱਜ ਸੱਦਾ ਦਿੱਤਾ ਸੀ, ਤਾਂ ਮੇਰੇ ਖਿਆਲ 200-250 ਅਜੇ ਤੱਕ ਪਹੁੰਚ ਚੁੱਕੇ हैं। ਤਾਂ ਉਮੀਦ ਹੈ 3 ਵਜੇ ਤੱਕ ਇਹ ਚੱਲਣਾ, ਤਾਂ ਉਦੋਂ ਤੱਕ ਬਾਕੀ ਵੀ ਪਹੁੰਚ ਜਾਣਗੇ। ਠੀਕ ਹੈ ਸਰ। ਤੇ ਸਰ ਹੋਰ ਲੁਧਿਆਣਾ ਵਾਸੀਆਂ ਨੂੰ ਕੋਈ ਦੱਸਣਾ ਚਾਹੋ, ਮੈਸੇਜ ਦੇਣਾ ਚਾਹੋ ਕੋਈ ਆਪਣੀ ਤਰਫ? ਮੇਰੇ ਵੱਲੋਂ ਤਾਂ ਇਹੀ ਹੈ ਕਿ ਸਾਡੇ ਤੱਕ ਨਾ ਹੀ ਪਹੁੰਚਣ, ਤੇ ਇਹ ਪਰਿਵਾਰਿਕ ਮਸਲੇ ਹੁੰਦੇ ਔਰ ਪਰਿਵਾਰ 'ਚ ਹੀ ਬੈਠ ਕੇ ਅਗਰ ਹੱਲ ਹੋ ਜਾਣ ਤਾਂ ਜ਼ਿਆਦਾ ਬਿਹਤਰ ਹੈ। ਮਨ ਦੇ ਵਿੱਚ ਹੁੰਦਾ ਕਿ ਅਸੀਂ ਕੇਸ ਕਰ ਦਿੰਦੇ ਆ, ਤਾਂ ਥੋੜਾ ਜਿਹਾ ਉਹਨਾਂ ਲੋਕਾਂ ਨੂੰ ਵੀ ਸਰ ਦੱਸੀਏ ਕਿ ਇੱਥੇ ਆ ਕੇ ਉਹਨਾਂ ਨੂੰ ਕੀ ਨੁਕਸਾਨ ਹੈ। ਦੇਖੋ ਜੇ ਪਰਿਵਾਰਕ ਮਸਲੇ ਪਰਿਵਾਰ 'ਚ ਬਹਿ ਕੇ ਹੱਲ ਹੋ ਜਾਣ ਤਾਂ ਕਿਸੇ ਨੂੰ ਪਤਾ ਨਹੀਂ ਚੱਲਦਾ। ਜਿਵੇਂ ਹੁਣ ਇੱਥੇ ਹੈ ਤਾਂ ਇੱਥੇ ਘੱਟੋ ਘੱਟ ਤੁਹਾਨੂੰ ਜਦੋਂ ਆਪਾਂ ਕੋਈ ਕੰਪਲੇਂਟ ਦੇ ਦਿੰਦੇ ਆ ਜਾਂ ਬੁਲਾਉਂਦੇ ਆ, ਆਂਢ ਗੁਆਂਢ 'ਚ ਵੈਸੇ ਇੱਕ ਸੋਸ਼ਲੀ ਸਾਰਿਆਂ ਨੂੰ ਪਤਾ ਤਾਂ ਲੱਗ ਜਾਂਦਾ ਜੀ ਫਲਾਣੇ ਦੀ ਨੂੰਹ ਨੇ ਕੰਪਲੇਂਟ ਕਰਤੀ ਜਾਂ ਇਹਨਾਂ ਦੇ ਖਿਲਾਫ ਉਹ ਹੈਗੀ ਹੈ। 4 ਚੱਕਰ ਲਾਉਂਦੇ ਆ। ਜੇ ਆਪਾਂ ਖੱਜਲ ਹੋ ਕੇ ਕਈ ਵਾਰੀ 50% ਸਾਡਾ ਸਕਸੈਸ ਰੇਟ ਹੈਗਾ ਜਿਹਦੇ 'ਚ ਫੈਸਲੇ ਹੋ ਜਾਂਦੇ ਆ। ਤਾਂ ਜਦੋਂ ਫੈਸਲਾ ਸਾਡੇ ਕੋਲ ਹੋ ਸਕਦਾ ਤਾਂ ਉਹ ਆਪਣੇ ਘਰਾਂ 'ਚ ਬੈਠ ਕੇ ਪਤਵੰਤੇ ਸੱਜਣਾ ਦੇ ਵਿੱਚ ਜਾਂ ਰਿਸਪੈਕਟੇਬਲਸ ਦੇ ਨਾਲ ਕਿਉਂ ਨਹੀਂ ਹੋ ਸਕਦਾ। ਤਾਂ ਮੇਰੀ ਤਾਂ ਇਹੀ ਇਹਨਾਂ ਨੂੰ ਅਪੀਲ ਹੈ ਕਿ ਜਿਹੜੇ ਛੋਟੇ-ਮੋਟੇ ਮਸਲੇ ਆ ਜਾਂ ਈਗੋਜ਼ ਕੋਈ ਹੁੰਦੀ ਹੈ ਉਹ ਬੱਚਿਆਂ ਦੀ ਆਪਸ 'ਚ ਜਿਹੜੇ ਘਰ ਦੇ ਵੱਡੇ ਆ ਉਹੀ ਬੈਠ ਕੇ ਸੁਲਝਾ ਦਿਆ ਕਰਨ। ਅੱਜ ਜਿਹੜਾ ਕੈਂਪ ਲਗਾਇਆ ਗਿਆ ਹੈਗਾ ਕਿਸ ਤਰ੍ਹਾਂ ਦਾ ਰਿਸਪੌਂਸ ਹੈਗਾ ਜੀ ਅੱਜ ਲੋਕਾਂ ਵੱਲੋਂ?
ये जैसे आप जानते हैं कि रेगुलर इंटरवल में सीपी लुधियाना की तरफ से जो क्राइम अगेंस्ट विमेन होता है, स्पेशली जो डोमेस्टिक वायलेंस का केसेस होते हैं, उनमें काउंसलिंग के लिए यहाँ पे बुलाया जाता है। लास्ट वी हैड अराउंड 3 months एगो, अभी ये शुरू हुआ। इस बारी ਆਪਾਂ तकरीबन 600 ਪਾਰਟੀਆਂ ਨੂੰ ਬੁਲਾਏ ਹੋਏ ਨੇ ਜਿਨ੍ਹਾਂ ਦਾ ਕੰਪਲੇਂਟ ਸਾਡੇ ਕੋਲ ਸੀਗਾ। जिसे आप देख सकते हैं कि रिस्पॉन्स बहुत वधिया हैगा, क्योंकि कोविड कारण करके हमारा पब्लिक डीलिंग भी बंद होया सीगा, वो भी तंग सी, मतलब कंप्लेनेंट्स भी तंग सीगे। तो हुण जाके सारिਆਂ ਦਾ बैठ के गल्ला बातें हो रही हैं और ये ऐसे केसेस हैं जैसे मल्टीपल सिटिंग्स में काउंसलिंग राही निपटारा हो सकते हैं। ਮੈਮ ਇਸ ਤਰ੍ਹਾਂ ਦੇ ਕੈਂਪ ਜਿਹੜੇ ਰੈਗੂਲਰ ਕਰੇਗੇ ਤਾਂ ਹੋਣਗੇ ਤੁਹਾਡੇ ਵੱਲੋਂ, ਅਗਰ ਅੱਛਾ ਰਿਸਪੌਂਸ ਇਹਦਾ ਮਿਲਦਾ ਰਹੇਗਾ ਤਾਂ? डेफिनेटली, अगर आपको इसके बारे में पता होगा ऑलरेडी, एक नो योर केस स्टाटस, ये एक प्रोग्राम लुधियाना पुलिस वालों हर सैटरडे चलता है। तो हमारे वो आपको मे बी यू कैन कवर इट नेक्स्ट टाइम कि एक एसएसपी रैंक वाले ऑफिसर होंगे और हर एक यूनिट के लिए एक एसपी रैंक वाले ऑफिसर सुपरवाइजरी ऑफिसर रहेंगे। तो उस वेले मान लीजिए कि लास्ट वीक एक यूओ विंग का था एंड एएचटी यूनिट का था, वहाँ पे कंप्लेनेंट्स में पहले ही नोट कराया जाता है। उस दिन आके वो बस बाकी कोई काम नहीं करेंगे ऑफिसर्स, बस वही कंप्लेंट्स को हैंडल करेंगे। ਸੋ ਵੂਮਨ ਸੈੱਲ ਦੀ ਜਿਹੜੀ ਨਵੀਂ ਬਿਲਡਿੰਗ ਤਿਆਰ ਹੋ ਚੁੱਕੀ ਹੈ। ਜਿਸ ਤਰ੍ਹਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ, ਬਹੁਤ ਸਾਰੇ ਮਾਮਲੇ ਘਰ ਦੇ ਜਿਹੜੇ ਹੈਗੇ ਆ ਛੋਟੀਆਂ-ਛੋਟੀਆਂ ਗੱਲਾਂ ਕਰਕੇ ਜਿਹੜੇ ਕੇਸ ਲਟਕਦੇ ਰਹਿੰਦੇ ਨੇ। ਬਹੁਤ ਸਾਰਾ ਜਿਹੜਾ ਘਰ ਦਾ ਸਮਾਨ ਵੀ ਖਰਾਬ ਹੁੰਦਾ ਕਲੇਸ਼ ਦੇ ਕਰਕੇ, ਬਹੁਤ ਜਿਹੜੀਆਂ ਗੱਲਾਂ ਵੱਧ ਜਾਂਦੀਆਂ ਨੇ। ਔਰ ਪੁਲਿਸ ਮੁਲਾਜ਼ਮਾਂ ਦਾ ਵੀ ਜਿਹੜੇ ਆਲਾ ਅਧਿਕਾਰੀ ਨੇ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਅਗਰ ਘਰ ਦੇ ਵਿੱਚ ਬੈਠ ਕੇ ਹੀ, ਪੰਚਾਇਤ ਦੇ ਵਿੱਚ ਬੈਠ ਕੇ ਹੀ ਇਹਨਾਂ ਫੈਸਲਿਆਂ ਨੂੰ ਅਗਰ ਤੁਸੀਂ ਨਿਪਟਾ ਲਓ, ਸਾਡੇ ਤੱਕ ਆਉਣ ਨਾ ਦਿਓ ਕੇਸ। ਉਹਨਾਂ ਨੇ ਵੀ ਬੇਨਤੀ ਕੀਤੀ ਹੈ। ਔਰ ਤਸਵੀਰਾਂ ਇੱਕ ਵਾਰ ਫੇਰ ਦਿਖਾ ਦਿੰਦੇ ਆ, ਜਿਹੜੀ ਵੂਮਨ ਸੈੱਲ ਦੀ ਬਿਲਡਿੰਗ ਬਣੀ ਹੈ। ਬਹੁਤ ਹੀ ਸੋਹਣੀ ਜਿਹੜੀ ਇਹ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਹੈ। ਮਾਨਯੋਗ ਆਈਪੀਐਸ ਸ਼੍ਰੀ ਰਕੇਸ਼ ਅਗਰਵਾਲ ਜੀ ਵੀ ਅੱਜ ਇੱਥੇ ਪਹੁੰਚੇ ਸੀਗੇ ਔਰ ਸਾਰਾ ਜਿਹੜਾ ਜਾਇਜ਼ਾ ਇਸ ਦਾ ਲੈ ਕੇ ਗਏ ਨੇ ਕੈਂਪ ਦਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਕੈਂਪ ਲਗਾਏ ਜਾਣਗੇ, ਕਿਉਂਕਿ ਇਸ ਤਰ੍ਹਾਂ ਦੇ ਕੈਂਪਾਂ ਨੂੰ ਜਿਹੜਾ ਭਰਵਾਂ ਹੁੰਗਾਰਾ ਮਿਲ ਰਿਹਾ। ਬਹੁਤ ਸਾਰੇ ਕੇਸ ਜਿਹੜੇ ਕਾਫੀ ਚਿਰਾਂ ਤੋਂ ਪੈਂਡਿੰਗ ਸੀਗੇ, ਉਹਨਾਂ ਕੇਸਾਂ ਦਾ ਅੱਜ ਜਿਹੜਾ ਪਹਿਲ ਦੇ ਆਧਾਰ ਤੇ ਨਿਪਟਾਰਾ ਵੀ ਕੀਤਾ ਗਿਆ। ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਨੂੰ ਮਿਲਾਂਗਾ। ਕੈਮਰਾ ਪਰਸਨ ਆਕਾਸ਼ ਮੰਡੀ ਨਾਲ ਹਰਵਿੰਦਰ ਸਿੰਘ ਢਿੱਲੋਂ, ਲੁਧਿਆਣਾ ਲਾਈਵ।